ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰਿ ਨਾਨਕ ਸਾਚ ਬਖਾਨਾ। ਸੋ ਗਉ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਸੂਹੀ ਸ਼ੰਤ, ਮਹਲਾ ਪਹਿਲਾ ਘਰ ਚੌਥਾ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਦਾਨ ਤੇਰੇ ਘਟ ਚਾਨਣਾ, ਤਨ ਚੰਦ ਦੀ ਪਾਇਆ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਦਾਨ ਤੇਰੇ ਘਟ ਚਾਨਣਾ, ਤਨ ਚੰਦ ਦੀ ਪਾਇਆ। ਚੰਦੋ ਦੀ ਪਾਇਆ, ਦਾਨ ਹਰਿ ਕੈ, ਦੁਖ ਅੰਧੇਰਾ ਉਠ ਗਿਆ। ਗੁਣ ਜੰਝ ਲਾੜੇ ਨਾਲ ਸੋ ਹੈ, ਪਰਖ ਮੋਹਣੀਐ ਲਿਆ। ਵਿਵਾਹ ਹੋਆ ਸੋਭ ਸੇਤੀ, ਪੰਚ ਸ਼ਬਦੀ ਆਇਆ। ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ। ਹਉ ਬਲਿਹਾਰੀ ਸਾਜਣਾ, ਮੀਤਾ ਅਵਨੀਤਾ। ਇਹ ਤਨ ਜਿਨ ਸਿਉ ਗਾਡਿਆ, ਮਨ ਲੀੜਾ ਦੀਤਾ। ਲਿਆ ਤਾਂ ਦਿਆ ਮਾਨ ਜਿਨ ਸਿਉ, ਸੇ ਸੱਜਣ ਕਿਉ ਵਿਸਰੈ। ਜਿਨ ਦਿਸ ਆਇਆ ਹੋ ਹਿਰਲੀਆਂ, ਜੀ ਸੇਤੀ ਗਹਿ ਰਹੈ। ਸਗਲ ਗੁਣ ਅਬ ਗੁਣ ਨ ਕੋਈ, ਹੋਏ ਨੀਤਾ ਨੀਤਾ। ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਗੁਣਾ ਕਾ ਹੋਵੈ ਵਾਸੁਲਾ, ਕਡ ਵਾਸ ਲਈਜੈ। ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚਲੀਐ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਲੀਐ। ਜਿਥੈ ਜਾਏ ਬਹੀਐ, ਭਲਾ ਕਹੀਐ। ਝੋਰ ਅੰਮ੍ਰਿਤ ਪੀਜੈ। ਗੁਣਾ ਕਾ ਹੋਵੈ ਵਾਸੁਲਾ, ਕਡ ਵਾਸ ਲਈਜੈ। ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਆਖਣ ਤਾਂ ਕੋ ਜਾਈਐ, ਜੇ ਭੁਲੜਾ ਹੋਈ। ਜੇ ਹੋਏ ਭੁਲਾ ਜਾਏ ਕਹੀਐ, ਆਪ ਕਰਤਾ ਕਿਉ ਭੁਲੈ। ਸੁਣੈ ਦੇਖੈ ਬਾਝ ਕਹਿਐ, ਦਾਨ ਅਣ ਮੰਗਿਆ ਦੇਵੈ। ਦਾਨ ਦੇ ਦਾਤਾ ਜਗ ਵਿਧਾਤਾ, ਨਾਨਕਾ ਸਚ ਸੋਈ। ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਦਾਨ ਦੇ ਦਾਤਾ ਜਗ ਵਿਧਾਤਾ, ਨਾਨਕਾ ਸਚ ਸੋਈ। ਆਪ ਕਰੇ ਕਿਸ ਆਖੀਐ, ਹੋਰ ਕਰੇ ਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜਬਰ ਛਤਰ ਤਖਤ ਦੇ ਮਾਲਕ, ਹਲਤ ਪਲਤ ਕੇ ਰਖਾਇਕ, ਗੁਰੂ ਗਰੀਬ ਨਵਾਜ, ਸਤਿਗੁਰੂ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਵਾਨਾ ਸਮੇਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਹੈ। ਜੋ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ, ਸਤਿਗੁਰੂ ਜੀ ਦੇ ਹਜ਼ੂਰ ਸਜੇ ਦੀਵਾਨਾ ਸਮਾਪਤੀ ਉਪਰੰਤ ਸਤਿਗੁਰੂ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਆਪਾਂ ਸਭਨਾਂ ਨੇ ਰਲ ਮਿਲ ਕੀਤੀ ਹੈ। ਉਪਰੰਤ ਸਤਿਗੁਰੂ ਜੀ ਦਾ ਹੁਕਮ ਆਪਾਂ ਸਭਨਾਂ ਨੇ ਸ਼ਰਵਣ ਕੀਤਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 765 ਅਤੇ 66 ਦੇ ਉੱਪਰ ਦਰਜ ਹੈ। ਰਾਗ ਸੂਹੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਵੱਲੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਜਿੱਥੋਂ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ, ਸਤਿਗੁਰੂ ਜੀ ਫਰਮਾਨ ਕਰਦੇ ਨੇ, ਇੱਕ ਓੰਕਾਰੋ ਸਤਿਗੁਰ ਪ੍ਰਸਾਦੋ। हे ਭਾਈ, ਉਹ ਮਾਲਕ ਵਾਹਿਗੁਰੂ ਪਰਮਾਤਮਾ ਇੱਕ ਹੈ ਅਤੇ ਸਭ ਆਕਾਰ ਜੋ ਕੁਝ ਵੀ ਹੈ ਖੰਡ ਬ੍ਰਹਿਮੰਡ ਨੇ ਸਭ ਕੁਝ ਉਸੇ ਦਾ ਹੀ ਪੈਦਾ ਕੀਤਾ ਹੋਇਆ ਹੈ। ਉਸ ਮਾਲਕ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਦੁਆਰਾ, ਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਨੂੰ ਮਿਲਿਆ ਜਾ ਸਕਦਾ ਹੈ। ਅੱਗੇ ਫਿਰ ਸਤਿਗੁਰੂ ਜੀ ਨੇ ਜੋ ਸਰਲੇਖ ਰਾਗ ਸੂਹੀ ਸੰਤ ਮਹੱਲਾ ਪਹਿਲਾ ਘਰ ਚੌਥਾ ਰਾਗ ਸੂਹੀ ਹੈ ਅਤੇ ਸੂਹੀ ਰਾਗ ਦੇ ਵਿੱਚ ਸਤਿਗੁਰੂ ਜੀ ਨੇ ਸੰਤ ਜੋ ਗੁਰਬਾਣੀ ਨੂੰ ਗਾਉਣ ਦਾ ਇੱਕ ਗਹਿਣ ਸ਼ੈਲੀ ਹੈ, ਉਹਦਾ ਢੰਗ ਹੈ, ਉਸ ਤਰੀਕੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਅਤੇ ਨਾਲ ਸਤਿਗੁਰੂ ਜੀ ਨੇ ਗਾਉਣ ਵਾਸਤੇ ਤਕੀਦ ਕਰਦਿਆਂ ਤਾਲ ਘਰ ਚੌਥਾ ਲਿਖਿਆ ਹੈ। ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਨ ਕੀਆ ਤਿਨ ਦੇਖਿਆ ਜਗ ਧੰਦੜੈ ਲਾਇਆ। ਇਹ ਭਾਈ, ਜਿਸ ਪਰਮਾਤਮਾ ਨੇ ਇਹ ਸੰਸਾਰ ਨੂੰ ਪੈਦਾ ਕੀਤਾ ਹੈ, ਉਹੀ ਇਸ ਦੀ ਦੇਖ ਰੇਖ ਕਰ ਰਿਹਾ ਹੈ, ਉਹੀ ਇਸ ਦੀ ਦੇਖਭਾਲ ਕਰ ਰਿਹਾ ਹੈ ਅਤੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਉਸੇ ਨੇ ਹੀ ਧੰਦੇ ਲਾਇਆ ਹੋਇਆ ਹੈ। ਤਾਂ ਹੁਣ ਪਿਆਰਿਓ, ਜਦੋਂ ਆਪਾਂ ਸਤਿਗੁਰੂ ਜੀ ਦੀ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਨੇ ਸਾਨੂੰ ਇਹਨਾਂ ਗੱਲਾਂ ਦੀ ਬਾਖੂਬੀ ਸੋਝੀ ਬਖਸ਼ਿਸ਼ ਕੀਤੀ ਹੈ ਕਿ ਉਹ ਮਾਲਕ ਵਾਹਿਗੁਰੂ ਪਰਮਾਤਮਾ ਹੀ ਹੈ, ਜੋ ਆਪ ਹੀ ਸਭ ਕੁਝ ਕਰਾ ਰਿਹਾ ਹੈ ਤੇ ਆਪ ਹੀ ਆਪਣੇ ਕੀਤੇ ਨੂੰ ਦੇਖ ਰਿਹਾ ਹੈ। ਜਿਵੇਂ ਸਾਹਿਬ ਜੀ ਆਖਦੇ ਨੇ, ਤੁਧ ਸੰਸਾਰ ਉਪਾਇਆ ਸਿਰੈ ਸਿਰ ਧੰਦੈ ਲਾਇਆ। ਦੇਖੈ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ। ਉਹ ਮਾਲਕ ਵਾਹਿਗੁਰੂ ਆਪਣੀ ਰਚਨਾ ਨੂੰ ਰਚ ਕੇ ਆਪੇ ਹੀ ਸੰਭਾਲ ਰਿਹਾ ਹੈ, ਦੇਖ ਰਿਹਾ ਹੈ। ਨਹੀਂ ਤਾਂ ਅੱਜ ਬੰਦੇ ਨੇ ਬੜਾ ਕੁਝ ਬਣਾਇਆ, ਬੜਾ ਕੁਝ ਇਸਨੇ ਖੋਜਿਆ ਲੱਭਿਆ, ਪਰ ਜੋ ਕੁਝ ਇਸਨੇ ਬਣਾਇਆ ਹੈ ਆਪਣੇ ਘਰ ਵਿੱਚ ਹੀ ਰਹਿ ਲਏਗਾ। ਜਿੰਨਾ ਕੋਈ ਫਰਨੀਚਰ ਲੈ ਕੇ ਆਵੇਗਾ ਉਹਦੇ ਨਾਲ ਰਹਿ ਲਏਗਾ, ਉਹਦੀ ਦੇਖਭਾਲ ਕਰ ਲਏਗਾ, ਆਪਣੇ ਪਰਿਵਾਰ ਦੀ ਦੇਖਭਾਲ ਕਰ ਲਏਗਾ। ਬਸ ਇਹਦੀ ਇੰਨੀ ਕੁ ਸਮਰੱਥਾ ਹੈ। ਪਰ ਪਿਆਰੋ, ਜੋ ਕੁਝ ਬੰਦਾ ਬਣਾਉਂਦਾ, ਹੁਣ ਦੇਖੋ ਵੀ ਕਾਰਾਂ ਬਣਾਉਂਦੀਆਂ ਨੇ ਕੰਪਨੀਆਂ, ਵੱਡੇ ਵੱਡੇ ਜਹਾਜ਼ ਬਣ ਜਾਂਦੇ ਨੇ, ਸਾਡੀ ਵਰਤੋਂ ਵਿਹਾਰ ਦੇ ਸਮਾਨ ਬਣਦੇ ਨੇ ਜਿਹੜੇ ਅਸੀਂ ਘਰਾਂ ਵਿੱਚ ਲੈ ਕੇ ਆਉਂਦੇ ਹਾਂ, ਉਹ ਵੱਖੋ ਵੱਖਰੀਆਂ ਕੰਪਨੀਆਂ ਨੇ, ਉਹਨਾਂ ਵਿੱਚ ਬੰਦੇ ਹੀ ਕੰਮ ਕਰਦੇ। ਉਹ ਬਣਾਇਆ ਸਭ ਕੁਝ ਬੰਦੇ ਨੇ। ਜਦੋਂ ਤੁਸੀਂ ਉਹ ਸਮਾਨ ਨੂੰ ਖਰੀਦ ਲੈਂਦੇ ਹੋ, ਜਿਹੜਾ ਉਹਦਾ ਕਰਤਾ ਹੈ, ਜੋ ਉਸ ਨੂੰ ਬਣਾਉਣ ਵਾਲਾ ਹੈ, ਉਹਦਾ ਹੱਕ ਉਸ ਤੋਂ ਖਤਮ ਹੋ ਜਾਂਦਾ ਹੈ। ਭਾਵ ਕਿ ਉਹ ਚੀਜ਼ਾਂ ਫਿਰ ਦੂਸਰੇ ਦੀ ਨਿਗਰਾਨੀ ਵਿੱਚ ਚਲੀਆਂ ਜਾਂਦੀਆਂ।
पर सतगुरु जी कहते ये संसार नूं सारे कुछ नूं बना के इस तरह नहीं कि वो किते ना होवे, किते ना देखदा हो। हुण प्यारे जो कुछ बंदे ने बनाया, हुण बंदे की निगरानी विच नहीं हुंदा। जिवें आपां देखदे हां किसी ने मान लो टेबल बना के सानूं दित्ता, ਜਦੋਂ तक वो दुकान से ही साम संभाल सी, हुण बाद विच उहनूं कोई खरीद के लै गया, उहदा की बनदा, टुटिया भज्जिया, उहदे नाल की होया वो दुकानदार नहीं जानता। इस तरह साडियां होर वरतों विहार दीयां चीज़ां ने जिੱਥੋਂ ਅਸੀਂ ਲੈ आउने आ, तो फिर उन्हां नाल की हुंदा है, वो जिसने बनाईयां हुंदियां ने, जिहड़ा उन्हां दा मालक है उहनूं नहीं पता हुंदा भी उन्हां नाल की हो रिहा। पर सतगुरु जी ने आख्या, कहण लगे भाई ਜਿਹੜੇ ਮਾਲਕ ਨੇ ਸੰਸਾਰ ਪੈਦਾ ਕੀਤਾ ਹੈ ਨਾ, ਤੇ ਉਹ ਇਸ ਨੂੰ ਦੇਖ ਵੀ ਰਿਹਾ ਹੈ, ਇਸ ਦੀ ਸੰਭਾਲ ਵੀ ਕਰ ਰਿਹਾ ਹੈ। ਤਾਂ ਹੁਣ ਇਸ ਗੱਲ ਦਾ ਭਾਵ ਇਹ ਹੈ ਕਿ ਬੰਦਾ ਜਦੋਂ ਇਸ ਗੱਲ ਨੂੰ ਭੁਲਾ ਦਿੰਦਾ ਤੇ ਫਿਰ ਉਹ ਆਕੀ ਹੋ ਜਾਂਦਾ, ਫਿਰ ਉਹ ਆਪਣੇ ਮਨ ਮਗਰ ਤੁਰਦਾ। ਜੇ ਉਹਨੂੰ ਚੇਤੇ ਹੋਵੇ ਕਿ ਉਹ ਮਾਲਕ ਵਾਹਿਗੁਰੂ ਜਿਸ ਨੇ ਮੈਨੂੰ ਪੈਦਾ ਕੀਤਾ ਹੈ वो मैनू देख रहा। हुण बाणी विच इसे तरह के बड़े प्रमाण ने, जिन्होंने सतगुरु जी आखते ने, चिता अंदर सब को वेख नदरी हेठ चलाइंदा। सतगुरु जी कहते सारा कुछ उहदे चित्त विच है, वो सब कुछ जानता है। नदरी हेठ चलाइंदा, वो सब कासे नूं अपनी निगाह दे हेठ, अपनी देख रेख दे हेठ चला रहा है। ਤਾਂ ਹੁਣ ਪਿਆਰੋ ਇੱਥੇ ਵੀ ਸਤਿਗੁਰੂ ਸਾਨੂੰ ਉਹ ਸਮਝਾਉਣਾ ਚਾਹੁੰਦੇ ਨੇ, ਜਿਨ ਕੀਆ ਤਿਨ ਦੇਖਿਆ। ਜਿਹਨੇ ਸੰਸਾਰ ਨੂੰ ਪੈਦਾ ਕੀਤਾ, ਉਹਦੀ ਦੇਖਭਾਲ, ਸਾਰੇ ਜੀਵਾਂ ਦੀ ਰੋਜੀ ਰੋਟੀ ਦਾ ਪ੍ਰਬੰਧ, ਮੌਸਮ ਨੂੰ ਇੱਕ ਤਰਤੀਬ ਵਿੱਚ ਰੱਖਣਾ, ਰੁੱਤਾਂ ਬਦਲਦੀਆਂ ਨੇ, ਸਾਡੇ ਜੀਵਨ ਦੇ ਜਿਹੜੇ ਰੰਗ ਢੰਗ ਬਦਲਦੇ ਨੇ, ਭਾਵ ਕਿ ਹਰ ਇੱਕ ਪਲ ਪਲ ਦੇ ਨਾਲ ਸਾਡੀ ਸੰਭਾਲ ਕਰ ਰਿਹਾ। ਤਾਂ ਹੁਣ ਪਿਆਰੋ ਜੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਬੰਦੇ, ਤੇ ਫਿਰ ਬੰਦੇ ਦਾ ਜੀਵਨ ਜਿਹੜਾ ਉਹ ਸੋਹਣਾ ਬਣਦਾ। ਹੁਣ ਅਸਲ ਦੇ ਵਿੱਚ ਬੰਦਾ ਕਰਦਾ ਕੀ ਹੈ, ਬੁਰਾਈਆਂ ਇਹਦੇ ਜੀਵਨ ਵਿੱਚ ਤਾਂ ਨਹੀਂ, ਇਹਨੂੰ ਲੱਗਦਾ ਵੀ ਜਦੋਂ ਮੈਂ ਕੋਈ ਬੁਰੇ ਕੰਮ ਕਰਦਾ ਤੇ ਮੈਂ ਲੋਕਾਂ ਤੋਂ ਲੁਕਾ ਲੈਂਦਾ, ਮੈਨੂੰ ਕਿਹੜਾ ਕੋਈ ਦੇਖ ਰਿਹਾ ਹੁੰਦਾ। ਇਹਦਾ ਧਿਆਨ ਜਿਹੜਾ ਇਕੱਲਾ ਉਹ ਸੰਸਾਰ ਵੱਲ ਹੁੰਦਾ, ਸਮਾਜ ਵੱਲ ਹੁੰਦਾ ਹੈ, ਇਹਦਾ ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਹੁੰਦਾ। ਜੇ ਹੁਣ ਸਤਿਗੁਰੂ ਜੀ ਦੀ ਬਾਣੀ ਸੁਣਦੇ ਰਹੀਏ, ਪੜ੍ਹਦੇ ਰਹੀਏ, ਤੇ ਸਤਿਗੁਰੂ ਜੀ ਕਹਿੰਦੇ ਬੰਦੇ ਦੇ ਜੀਵਨ ਵਿੱਚੋਂ ਜਿਹੜੀਆਂ ਬੁਰਾਈਆਂ ਨੇ, ਪਾਪ, ਉਹ ਨਿਕਲ ਜਾਣੇ ਨੇ। ਉਹ ਕਿਵੇਂ ਨਿਕਲ ਜਾਣੇ ਨੇ? ਸਾਹਿਬ ਜੀ ਬਚਨ ਕਰਦੇ ਨੇ, ਸੰਗ ਦੇਖੈ ਕਰਨ ਹਾਰਾ, ਕਾਇ ਪਾਪ ਕਮਾਈਐ, ਸੋ ਕ੍ਰਿਤ ਕੀਜੈ ਨਾਮ ਲੀਜੈ, ਨਰਕ ਮੂਲ ਨਾ ਜਾਈਐ। ਸਤਿਗੁਰੂ ਜੀ ਕਹਿੰਦੇ ਪਿਆਰਿਆ, ਉਹਨੂੰ ਆਪਣੇ ਨਾਲ ਮਹਿਸੂਸ ਕਰਿਆ ਕਰ, ਨਾਲ ਦੇਖਿਆ ਕਰ, क्योंकि सतगुरु जी कहते तेरे नाल है तो ही तेरा जीवन है। वो इन्ना नेड़े है कि तेरी देखभाल हर एक साह दे नाल कर रहा है, दम दम सदा संभालदा, दम ना बिरथा जाए। सतगुरु जी कहते हर एक साह दे नाल साडी सांभ संभाल कर रहा है। तुसीं जदों देखो साइंस नूं पढ़ोगे, देखो भी साडा जिहड़ा शरीर है ना, साडे शरीर का कंट्रोल सिर्फ 20% साडे शरीर का कंट्रोल जिहड़ा वो लगता है मनुख नूं भी है मेरे काबू में। उठना बहना, सुनना, देखना, चलना फिरना, काम कार करना, बोलना, इहो जिहा कुछ इहनूं लगता है। पर बाकी 80% साडे शरीर का कंट्रोल जिहड़ा वो कुदरत कर रही है तो सारे ही। पर देखो जिन्नी क बंदे नूं मतबुद्ध दित्ती है, बंदे नूं इहदे मुताबक लगता है भी मेरे वस विच कुछ है, तो साइंसदानां ने ये गल मान ली, कहंदे भी चलो 20% जे बंदा आखे तो 20%, बाकी 80% तो कुदरत चला रही है। हुण तुसीं कदे पढ़ो साइंस नूं देखोगे, साडे शरीर दे विच ना जिहड़ा साडा शरीर है ये सैलां दा बनिया होया, बड़े बरीक बरीक सैल जिहनूं DNA कहंदे ने, उत्थों इहदी शुरुआत हुंदी है। उदों बाद सैल जिहड़े आपस विच जुड़दे जांदे ने, इक साडा इक ढांचा बनदा। तुसीं पढ़ के देखोगे, वो कहंदे ਲੱਖਾਂ ही सैल जिहड़े बंदे दे दिहाड़ी विच टुटदे ने, ते ਲੱਖਾਂ ही सैल जिहड़े ਉਹ नवें बनदे ने, ਜਿਹਦੇ ਨਾਲ ਸਾਡਾ ਜੀਵਨ ਨਵਾਂ ਨਰਵਾ ਰਹਿੰਦਾ। ਜੇ ਇਹਦੇ ਵਿੱਚ ਤਬਦੀਲੀ ਨਾ ਆਵੇ ਤੇ ਪਿਆਰਿਓ, ਇਹ ਫਿਰ ਬਹੁਤੀ ਦੇਰ ਦਾ ਮਹਿਮਾਨ ਨਹੀਂ। ਜਿਵੇਂ ਬੰਦਾ ਕੋਈ ਅੱਜ ਵੀ ਹੁੰਦਾ ਸੰਸਾਰ 'ਤੇ, ਕੋਈ 50 ਸਾਲ ਜਿਊਗਾ, ਕੋਈ 70 ਸਾਲ ਜਿਊਗਾ, ਫਿਰ ਇੰਨਾ ਲੰਮਾ ਜੀਵਨ ਨਹੀਂ ਇਸਦਾ।
ਤੁਸੀਂ ਦੇਖਦੇ ਹੋਗੇ ਨਾ, ਪਾਣੀ ਹੁੰਦਾ, ਪਾਣੀ ਖੜ ਜਾਂਦਾ ਤੇ ਗੰਦਾ ਹੋ ਕੇ ਮੁਸ਼ਕ ਜਾਂਦਾ। ਗੱਡੀਆਂ ਚਲਾਉਂਦੇ ਹੋ, ਉਹਨਾਂ ਦੀ ਵੀ ਰਿਪੇਅਰ ਕਰਕੇ ਤੇਲ ਪਾਣੀ ਬਦਲਣੇ ਪੈਂਦੇ ਨੇ। ਪਰ ਕੁਦਰਤ ਨੇ ਸਿਸਟਮ ਐਸਾ ਬਣਾਇਆ ਕਿ ਇਹਦੇ ਵਿੱਚ ਜਿਹੜੀ ਨਵੀਨਤਾ ਉਹ ਰੋਜ਼ ਦੀ ਰੋਜ਼ ਆ ਰਹੀ। ਰੋਜ਼ ਇਹਦੇ ਵਿੱਚ ਨਵੇਂ ਸੈੱਲ ਬਣਦੇ ਨੇ, ਕਹਿ ਲਓ ਖੂਨ ਬਣਦਾ, ਰੋਜ਼ ਦੀ ਰੋਜ਼ ਇਹਦਾ ਸਰੀਰ ਵੱਧਦਾ ਫੁੱਲਦਾ। ਇਹ ਜੋ ਚੀਜ਼ਾਂ ਦੇਖਦੀਆਂ ਸੀ ਉਹ ਤਾਂ ਹੀ ਨੇ ਇਹਦਾ ਵਧਣਾ ਫੁੱਲਣਾ। ਤਾਂ ਪਿਆਰਿਓ, ਹੁਣ ਹੋਰ ਵੀ ਬੜਾ ਕੁਝ ਇਹੋ ਜਿਹਾ, ਕਿਉਂਕਿ ਸਮਾਂ ਹੁਣ ਸੀਮਤ ਹੁੰਦਾ ਤੇ ਸਤਿਗੁਰੂ ਜੀ ਦੀ ਬਾਣੀ ਕਥਾ ਪਿਆਰਿਓ ਜਦੋਂ ਆਪਾਂ ਗੱਲ ਕਰਦੇ ਆ ਨਾ, ਤੇ ਫਿਰ ਸਮਾਂ ਥੋੜਾ ਪੈ ਜਾਂਦਾ, ਕਿਉਂਕਿ ਉਹ ਮਾਲਕ ਦੀ ਹਸਤੀ ਐਸੀ, ਉਹ ਸਮੇਂ ਤੋਂ ਪਰੇ ਆ, ਸਮਾਂ ਤੋਂ ਤੇ ਲਾਗੂ ਹੀ ਨਹੀਂ ਹੁੰਦਾ। ਇਹ ਤੇ ਚਲੋ ਬੰਦੇ ਨੇ ਆਪਣੇ ਕਾਰੋ ਵਿਹਾਰ ਨੂੰ ਮੁੱਖ ਰੱਖਦਿਆਂ ਬਣਾ ਲਿਆ, ਉਹਦੇ ਬੰਧਨਾਂ ਵਿੱਚ ਰਹਿ ਕੇ ਕੰਮਕਾਰ ਵੀ ਕਰਨੇ ਨੇ ਸਨ। ਪਰ ਜੇ ਅਸੀਂ ਉਹਦੀ ਵਿਚਾਰ ਕਰਨ ਲੱਗੀਏ ਨਾ, ਤੇ ਪਿਆਰਿਓ ਫਿਰ ਮੁੱਕਦਾ ਨਹੀਂ। ਜੇ ਅਸੀਂ ਕਹਿੰਦੇ ਨਾ ਮੁਕਾ ਦਿਆਂਗੇ ਇੰਨੇ ਚਿਰ ਵਿੱਚ, ਮੁੱਕਦਾ ਨਹੀਂ। ਕੋਈ ਪੱਖ ਆ ਉਹਨੂੰ ਅਸੀਂ ਥੋੜਾ ਸਮਝ ਲਈਏ, ਬਾਹਲਾ ਸਮਝ ਲਈਏ, ਇਹ ਹੋ ਸਕਦਾ ਜਿੰਨਾ ਕੁ ਸਮਾਂ ਹੁੰਦਾ ਆਪਣੇ। ਤਾਂ ਸਤਿਗੁਰੂ ਜੀ ਕਹਿੰਦੇ ਇਸ ਗੱਲ ਦਾ ਅਹਿਸਾਸ ਕਰਿਆ ਕਰ ਪਿਆਰਿਆ ਕਿ ਉਹ ਤੈਨੂੰ ਦੇਖ ਰਿਹਾ ਹੈ। ਜਿਨ ਕੀਆ ਤਿਨ ਦੇਖਿਆ ਜਗ ਧੰਦੜੇ ਲਾਇਆ, ਜਿਹਨੇ ਸਾਰੇ ਜੱਗ ਨੂੰ ਧੰਦੇ ਲਾਇਆ ਹੋਇਆ ਹੈ। ਤਾਂ ਹੁਣ ਪਿਆਰਿਓ, ਇਸ ਗੱਲ ਦਾ ਅਹਿਸਾਸ ਬੰਦੇ ਨੂੰ ਹੁੰਦਾ ਨਹੀਂ। ਜਿਹਨੂੰ ਹੋ ਜਾਂਦਾ ਉਹਦਾ ਜੀਵਨ ਪਲਟ ਜਾਂਦਾ, ਉਹ ਪਰਮਾਤਮਾ ਨਾਲ ਜੁੜ ਜਾਂਦਾ, ਪਰਮਾਤਮਾ ਦੀ ਰਜ਼ਾ ਵਿੱਚ ਆ ਜਾਂਦਾ, ਭਾਣੇ ਵਿੱਚ ਆ ਜਾਂਦਾ। ਨਹੀਂ, ਬੰਦਾ ਕੀ ਕਰਦਾ ਜਦੋਂ ਕੋਈ ਬੁਰਾ ਕੰਮ ਕਰਨਾ ਹੁੰਦਾ? ਸਤਿਗੁਰੂ ਜੀ ਕਹਿੰਦੇ ਹਾਕ ਪਟਣ ਬਿਜ ਮੰਦਰ ਭੰਨੈ, ਘਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੈ। ਸਤਿਗੁਰੂ ਜੀ ਕਹਿੰਦੇ ਬੰਦਾ ਚੋਰੀਆਂ ਕਰਦਾ, ਠੱਗੀਆਂ ਕਰਦਾ, ਹੋਰ ਬੁਰਾਈਆਂ ਕਰਦਾ, ਬੇਕਵਾੜ ਅਣਕ ਪਰਦੇ ਮੈਂ ਪਰਦਾਰ ਸੰਗ ਫਾਕੈ, ਚਿਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢੱਕ। ਪਰਾਈਆਂ ਇਸਤਰੀਆਂ ਦੇ ਸੰਗ ਕਰਨੇ ਜਾਂ ਪਰ ਪੁਰਸ਼ਾਂ ਦੇ ਸੰਗ ਕਰਨੇ, ਬੰਦਾ ਆਪਣੇ ਪਰਿਵਾਰ ਤੋਂ, ਆਪਣੇ ਰਿਸ਼ਤੇਦਾਰਾਂ ਤੋਂ, ਸਕੇ ਸਕੀਲਾਂ ਤੋਂ ਉੱਲੇ ਹੀ ਰੱਖਦਾ। ਪਰ ਸਤਿਗੁਰੂ ਜੀ ਕਹਿੰਦੇ ਪਿਆਰਿਆ, ਉਹ ਮਾਲਕ ਤੋਂ ਕਿਵੇਂ ਛੁਪਾਏਗਾ? ਚੋਰੀਆਂ, ਠੱਗੀਆਂ, ਧੋਖੇ ਉਦੋਂ ਕਿਵੇਂ ਲੁਕਾ ਲਏਗਾ? ਚੋਰੀਆਂ ਕਰਕੇ, ਜਦੋਂ ਬੰਦਾ ਚੋਰੀ ਕਰਦਾ, ਕੋਈ ਵੀ ਕੰਮ ਦੀ ਚੋਰੀ ਹੈ ਜੀ, ਗਲਤ ਕੰਮ ਜਦੋਂ ਬੰਦੇ ਨੇ ਕਰਨਾ ਚੋਰੀ ਕਰਦਾ, ਦੁਕਾਨਾਂ ਭੰਨਣੀਆਂ, ਮੰਦਰ ਭੰਨਣੇ। ਸਤਿਗੁਰੂ ਜੀ ਕਹਿੰਦੇ ਕਰ ਚੋਰੀ ਘਰ ਆਵੇ, ਅੱਗੋਂ ਦੇਖਿਆ ਪਿੱਛੋਂ ਦੇਖਿਆ। ਸਾਡੀ ਕਿੰਨੀ ਖੈਸੀਅਤ ਹੈ, ਅਸੀਂ ਆਪਣੇ ਆਲੇ ਦੁਆਲੇ ਦੇਖ ਸਕਦੇ ਹਾਂ, ਅੱਗੇ ਪਿੱਛੇ ਦੇਖ ਸਕਦੇ ਹਾਂ ਕਿ ਸਾਨੂੰ ਕੋਈ ਦੇਖਦਾ ਤੇ ਨਹੀਂ। ਸਾਨੂੰ ਲੱਗਦਾ ਵੀ ਕੋਈ ਨਹੀਂ ਦੇਖਦਾ, ਕੋਈ ਬੰਦਾ ਇੱਥੇ ਹੈ ਨਹੀਂ, ਕੋਈ ਮਨੁੱਖ ਹੀ ਨਹੀਂ, ਤੇ ਬੰਦਾ ਆਪਣੇ ਕੰਮ ਨੂੰ ਅੰਜਾਮ ਦਿੰਦਾ, ਉਹਨੂੰ ਸਿਰੇ ਚਾੜਦਾ। ਤੇ ਸਤਿਗੁਰੂ ਜੀ ਕਹਿੰਦੇ ਤੁਝ ਤੇ ਕਹਾਂ ਛੁਪਾਵੇ। ਮਾਲਕ ਵਾਹਿਗੁਰੂ ਪਰਮਾਤਮਾ ਤੈਥੋਂ ਕੋਈ ਕਿਵੇਂ ਲੁਕਾਵੇਗਾ? ਤਾਂ ਹੁਣ ਪਿਆਰਿਓ, ਇੱਕ ਸਾਖੀ, ਇਹ ਕਹਾਣੀ, ਇਹ ਗੱਲ ਨੂੰ ਸਮਝਣ ਵਾਸਤੇ ਵੀ ਅੱਗੇ ਵੀ ਆਪਾਂ ਇਹ ਕਈ ਵਾਰ ਵਿਚਾਰ ਕੀਤੀ ਹੈ। ਕਹਿਣ ਲੱਗੇ ਵੀ ਕੋਈ ਮਹਾਤਮਾ ਸੀ, ਕੋਈ ਸਿਆਣਾ ਸਤਿਪੁਰਸ਼ ਕਹਿ ਲਓ, ਰੱਬੀ ਫਕੀਰ, ਤੇ ਉਹ ਨਾ ਦੂਰ ਜੰਗਲ ਵਿੱਚ ਬੈਠਾ, ਲੋਕਾਂ ਦੇ ਵਿੱਚ ਉਹਦੀ ਮਹਾਨਤਾ ਸੀ ਕਿ ਬੜਾ ਧਾਰਮਿਕ ਬੰਦਾ। ਤਾਂ ਦੋ ਮਨੁੱਖ ਉਹਦੇ ਕੋਲੇ ਹੋਰ ਆਏ, ਕਹਿਣ ਲੱਗੇ ਜੀ ਅਸੀਂ ਤੁਹਾਡੇ ਚੇਲੇ ਬਣਨਾ ਚਾਹੁੰਦੇ ਹਾਂ, ਸੇਵਕ ਬਣਨਾ ਚਾਹੁੰਦੇ ਹਾਂ। ਉਹ ਕਹਿੰਦਾ ਜੀ ਆਇਆਂ। ਪਰ ਨਾਲ ਹੀ ਉਹਨੇ ਇਸ ਗੱਲ ਨੂੰ ਸੋਚਿਆ ਵੀ ਜੇ ਇਹ ਮਾੜੇ ਨਿਕਲ ਗਏ, ਇਹ ਚੰਗੇ ਨਾ ਹੋਏ, ਤੇ ਮੇਰੀ ਬਦਨਾਮੀ ਖਾਮਖਾ ਹੋਏਗੀ। ਇਸ ਕਰਕੇ ਇਹਨਾਂ ਨੂੰ ਪਹਿਲਾਂ ਪਰਖ ਲੈਣਾ ਚਾਹੀਦਾ ਵੀ ਇਹ ਪਰਮਾਤਮਾ ਦੇ ਰਸਤੇ ਤੇ ਤੁਰਨ ਵਾਸਤੇ ਆਏ ਨੇ, ਰੱਬ ਦੇ ਰਸਤੇ ਤੇ ਤੁਰਨ ਵਾਸਤੇ ਆਏ ਨੇ, ਵੀ ਕੋਈ ਰੱਬ ਦਾ ਭੈ ਇਹਨਾਂ ਦੇ ਅੰਦਰ ਹੈ ਕਿ ਨਹੀਂ ਹੈ। ਕਹਿਣ ਲੱਗੇ ਵੀ ਉਹਨੇ ਨਾ ਦੋ ਕਬੂਤਰ ਦਿੱਤੇ ਦੋਨਾਂ ਨੂੰ, ਇੱਕ ਨੂੰ ਉੱਤਰ ਵਾਲੇ ਪਾਸੇ ਨੂੰ ਤੋੜ ਦਿੱਤਾ, ਇੱਕ ਨੂੰ ਦੱਖਣ ਵਾਲੇ ਪਾਸੇ ਨੂੰ ਤੋੜ ਦਿੱਤਾ, ਤੇ ਨਾਲ ਜਾਣ ਲੱਗਿਆ ਨੂੰ ਕਹਿ ਦਿੱਤਾ, ਕਹਿੰਦਾ ਵੀ ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ, ਜਿੱਥੇ ਤੁਹਾਨੂੰ ਕੋਈ ਨਾ ਦੇਖਦਾ ਹੋਵੇ, ਉੱਥੇ ਲਿਜਾ ਕੇ ਕਬੂਤਰ ਨੂੰ ਮਾਰ ਦੇਣਾ ਤੇ ਤੁਸੀਂ ਮੇਰੇ ਕੋਲੇ ਆ ਜਾਓ। ਚਲੋ ਜੀ, ਦੋਨੇ ਚਲੇ ਗਏ। ਇੱਕ ਦਾ ਜਿਹੜਾ ਉੱਤਰ ਵਾਲੇ ਪਾਸੇ ਨੂੰ ਗਿਆ ਸੀ, ਉਹਨੇ ਥੋੜਾ ਜਿਹਾ ਦੂਰ ਗਿਆ, ਮੀਲ 2 ਮੀਲ ਤੱਕ ਤੁਰਿਆ। ਤੁਰ ਕੇ ਉਹਨੇ ਦੇਖਿਆ ਕਿ ਆਸੇ ਪਾਸੇ ਝਾੜੀਆਂ ਨੇ, ਜੰਗਲ ਵੇਲੇ ਨੇ, ਇੱਥੇ ਕੋਈ ਨਹੀਂ ਆ। ਉਸਨੇ ਉਹ ਕਬੂਤਰ ਦੀ ਧੌਣ ਮਰੋੜ ਦਿੱਤੀ, ਉਸਨੂੰ ਮਾਰ ਦਿੱਤਾ, ਵਾਪਸ ਆ ਗਿਆ। ਉਹ ਜਿਹੜਾ ਦੂਸਰਾ ਸੀ ਉਹ ਗਿਆ, ਉਹਨੇ ਵੀ ਇਸੇ ਤਰ੍ਹਾਂ ਦੇਖਿਆ। ਜਦੋਂ ਆਸੇ ਪਾਸੇ ਝਾੜੀਆਂ ਦੇਖੀਆਂ, ਫਿਰ ਉਹਨੇ ਜਦੋਂ ਕਬੂਤਰ ਨੂੰ ਮਾਰਨ ਲੱਗਿਆ, ਉਹਨੇ ਸੋਚਿਆ ਵੀ ਮੈਨੂੰ ਤੇ ਇੱਥੇ, ਮੈਂ ਤੇ ਨਹੀਂ ਮੰਨ ਲਓ ਵੀ ਦੇਖ ਰਿਹਾ, ਪਰ ਜਿਹੜੇ ਪਸ਼ੂ ਪਰਿੰਦੇ ਨੇ, ਹੋਰ ਪੰਛੀ ਵਗੈਰਾ ਨੇ, ਨਿੱਕੇ ਨਿੱਕੇ ਜਾਨਵਰ ਤੁਰੇ ਫਿਰਦੇ, ਇਹ ਤੇ ਦੇਖ ਹੀ ਰਹੇ ਨੇ।
ਉਹਨੇ ਆਪਣਾ ਮਨ ਬਦਲਿਆ, ਕਹਿੰਦਾ ਵੀ ਇਹ ਜਗ੍ਹਾ ਠੀਕ ਨਹੀਂ। ਹੋਰ ਅੱਗੇ ਨੂੰ ਤੁਰ ਗਿਆ ਗਾ। ਅੱਗੇ ਤੁਰ ਕੇ ਜਾ ਕੇ ਉਹਨੇ ਥੋੜਾ ਜਿਹਾ ਜ਼ਿਆਦਾ ਖੁੱਲ੍ਹਾ ਦੇਖਿਆ, ਜਿੱਥੇ ਕੋਈ ਪਰਿੰਦਾ ਵੀ ਨਹੀਂ ਸੀ, ਕੋਈ ਚਿੜੀ ਜਨੌਰ, ਕੋਈ ਜਾਨਵਰ ਵੀ ਨਹੀਂ ਸੀ। ਉੱਥੇ ਜਾ ਕੇ ਜਦੋਂ ਉਸ ਕਬੂਤਰ ਨੂੰ ਮਾਰਨ ਲੱਗਾ ਤੇ ਉਹ ਕਬੂਤਰ ਉਹਦੇ ਵੱਲ ਦੇਖ ਰਿਹਾ। ਕਹਿੰਦਾ ਵੀ ਉਸ ਮਹਾਤਮਾ ਨੇ ਆਖਿਆ ਸੀ ਜਿੱਥੇ ਕੋਈ ਨਾ ਦੇਖ ਰਿਹਾ ਹੋਵੇ। ਕਹਿਣ ਲੱਗਾ ਵੀ ਹੋਰ ਤੇ ਕੋਈ ਨਹੀਂ, ਪਰ ਇਹ ਕਬੂਤਰ ਹੀ ਮੇਰੇ ਵੱਲ ਹੀ ਦੇਖ ਰਿਹਾ, ਇਸ ਕਰਕੇ ਇਹਨੂੰ ਮੈਂ ਕਿਵੇਂ ਮਾਰਾਂ। ਉਹਨੇ ਇੱਕ ਪੱਟੀ ਲਈ, ਉਹ ਪੱਟੀ ਕਬੂਤਰ ਦੀਆਂ ਅੱਖਾਂ ਤੇ ਬੰਨ੍ਹ ਦਿੱਤੀ। ਜਦੋਂ ਉਸ ਨੂੰ ਫੇਰ ਮਾਰਨ ਲੱਗਾ, ਉਹ ਕਹਿੰਦੇ ਸੀ ਕੋਈ ਦੇਖ ਨਾ ਰਿਹਾ ਹੋਵੇ, ਤਾਂ ਕਹਿਣ ਲੱਗਾ ਵੀ ਹੁਣ ਮੇਰੀਆਂ ਹੀ ਅੱਖਾਂ ਇਹਨੂੰ ਦੇਖ ਰਹੀਆਂ, ਹੁਣ ਇਸ ਨੂੰ ਮੈਂ ਕਿਸ ਤਰ੍ਹਾਂ ਮਾਰਾਂ। ਫਿਰ ਉਹਨੇ ਇੱਕ ਪੱਟੀ ਲਈ ਤੇ ਆਪਣੀ ਅੱਖਾਂ ਤੇ ਬੰਨ੍ਹ ਦਿੱਤੀ। ਕਹਿੰਦਾ ਵੀ ਇਸ ਤਰੀਕੇ ਹੁਣ ਮਾਰ ਦੇ। ਤਾਂ ਹੁਣ ਪਿਆਰਿਓ, ਉਹਦੇ ਮਨ ਅੰਦਰ ਇੱਕ ਅਹਿਸਾਸ ਚੱਲ ਰਿਹਾ ਵੀ ਜਿੱਥੇ ਕੋਈ ਨਾ ਦੇਖ ਰਿਹਾ ਹੋਵੇ। ਹੁਣ ਇਹ ਕਹਿ ਰਿਹਾ ਵੀ ਮੇਰੇ ਅੰਦਰ ਇਹ ਆਵਾਜ਼ ਕਿੱਥੋਂ ਆ ਰਹੀ ਹੈ ਵੀ ਜਿੱਥੇ ਕੋਈ ਨਾ ਦੇਖ ਰਿਹਾ ਹੋਵੇ। ਇਸ ਤਰ੍ਹਾਂ ਦੀ ਜਿਹੜੀ ਚੇਤਨਤਾ ਹੈ, ਜਿਹੜੀ ਸ਼ਕਤੀ ਹੈ, ਇਹ ਕਿੱਥੋਂ ਆ ਰਹੀ ਹੈ? ਕੋਈ ਤੇ ਹੈ ਜਿਹਦੇ ਨਾਲ ਇਹਦਾ ਵੀ ਜੀਵਨ ਹੈ, ਮੇਰਾ ਵੀ ਜੀਵਨ ਹੈ। ਪਿਆਰਿਓ, ਉਹਨੇ ਉਹ ਕਬੂਤਰ ਨੂੰ ਮਾਰਿਆ ਨਹੀਂ ਤੇ ਵਾਪਸ ਆ ਗਿਆ। ਵਾਪਸ ਆ ਕੇ ਉਸ ਮਹਾਤਮਾ ਨੂੰ ਮੱਥਾ ਟੇਕਿਆ, ਕਹਿਣ ਲੱਗਾ ਜੀ ਮੈਨੂੰ ਮਾਫ ਕਰਨਾ, ਮੈਂ ਤੁਹਾਡਾ ਵਚਨ ਪੂਰਾ ਨਹੀਂ ਕਰ ਸਕਿਆ। ਉਹ ਕਹਿਣ ਲੱਗਾ ਕੀ ਗੱਲ ਹੋ ਗਈ? ਕਹਿਣ ਲੱਗਾ ਜੀ ਐਸੀ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਪਰਮਾਤਮਾ ਮਾਲਕ ਵਾਹਿਗੁਰੂ ਨਾ ਦੇਖਦਾ ਹੋਵੇ। ਮੈਂ ਬਥੇਰੇ ਯਤਨ ਕੀਤੇ ਨੇ, ਬੜੇ ਉਹਦੇ ਲੱਭ ਕੇ ਦੇਖੇ ਨੇ, ਆਪਣੇ ਆਪ ਤੇ ਵੀ ਮੈਂ ਸਾਰਾ ਕੁਝ ਕਰਕੇ ਦੇਖ ਲਿਆ, ਪਰ ਕਹਿਣ ਲੱਗਾ ਵੀ ਹੋਰ ਤੇ ਕੋਈ ਨਹੀਂ ਦੇਖਦਾ, ਪਰ ਉਹ ਤੋਂ ਕੋਈ ਉਹਲਾ ਨਹੀਂ ਰੱਖ ਸਕਦਾ। ਤੇ ਪਿਆਰਿਓ, ਉਹ ਮਹਾਤਮਾ ਬੜਾ ਖੁਸ਼ ਹੋਇਆ, ਕਹਿਣ ਲੱਗਾ ਵੀ ਚਲੋ ਇੰਨਾ ਸਮਾਂ ਹੋ ਗਿਆ ਸੀ, ਮੈਨੂੰ ਕੋਈ ਤੇ ਮਿਲਿਆ ਜਿਸ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕੁਦਰਤ ਨੂੰ, ਰੱਬ ਨੂੰ ਆਪਣੇ ਨੇੜੇ ਸਮਝਦਾ ਹੈ, ਆਪਣੇ ਕੋਲੇ ਸਮਝਦਾ ਹੈ। ਤਾਂ ਹੁਣ ਪਿਆਰੋ ਇਹ ਗੱਲ ਸੋਚ ਲਓ ਵੀ ਜਿੰਨੀਆਂ ਬੁਰਾਈਆਂ ਸਾਡੇ ਜੀਵਨ ਵਿੱਚ ਨੇ, ਉਹ ਤਾਂ ਹੀ ਨੇ ਅਸੀਂ ਰੱਬ ਨੂੰ ਦੂਰ ਸਮਝਦੇ ਹਾਂ। ਜਦੋਂ ਅਸੀਂ ਨੇੜੇ ਸਮਝਣ ਲੱਗ ਗਏ ਨਾ, ਸਾਨੂੰ ਇਹ ਅਹਿਸਾਸ ਹੋ ਗਿਆ ਕਿ ਸਾਡੇ ਨਾਲ ਹੈ। ਜਿਵੇਂ ਸਤਿਗੁਰੂ ਜੀ ਦੀ ਬਾਣੀ ਦੇ ਵਚਨ ਹੈ, ਅਸਲੀ ਤਾਂ ਗੱਲ ਜਦੋਂ ਬਾਣੀ ਸਾਨੂੰ ਯਾਦ ਹੋ ਜਾਏਗੀ, ਬਾਣੀ ਦੇ ਅਰਥ ਸਾਨੂੰ ਸਮਝ ਆ ਜਾਣਗੇ, ਫਿਰ ਸਾਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ। ਜਿਵੇਂ ਸਾਹਿਬ ਜੀ ਕਹਿੰਦੇ ਨੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਸਾਚਾ ਸਿਰਜਣਹਾਰ ਜੀਓ। ਐ ਮਾਲਕ ਜੀ, ਤੂੰ ਤਾਂ ਸਭ ਥਾਵਾਂ ਤੇ ਹੀ ਹੈ, ਜਿੱਥੇ ਜਿੱਥੇ ਵੀ ਮੈਂ ਜਾਂਦਾ, ਪਾਣੀ ਦੇ ਰੂਪ ਵਿੱਚ ਮੈਨੂੰ ਤੂੰ ਮਿਲ ਜਾਂਦਾ, ਹਵਾ ਦੇ ਰੂਪ ਵਿੱਚ ਮੈਨੂੰ ਤੂੰ ਮਿਲ ਜਾਂਦਾ, ਪਸ਼ੂ ਪਰਿੰਦੇ, ਜਾਨਵਰ, ਪੰਛੀ, ਦਰਖਤ, ਬਨਸਪਤੀ, ਇਹ ਸੂਰਜ, ਧੁੱਪ, ਹਨੇਰਾ, ਚੰਨ, ਸਭ ਕਿਤੇ ਤੂੰ ਮੈਨੂੰ ਮਿਲ ਹੀ ਜਾਣਾ। ਤੂੰ ਐਸੀ ਕੋਈ ਜਗ੍ਹਾ ਨਹੀਂ ਵੀ ਜਿੱਥੇ ਤੂੰ ਨਾ ਹੋਵੇਂ। ਪਰ ਇਹ ਗੱਲ ਹੈ ਵੀ ਮੈਨੂੰ ਇਸ ਗੱਲ ਦੀ ਸੋਝੀ ਨਹੀਂ, ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ। ਇਸ ਕਰਕੇ ਮੈਂ ਇਹ ਗੱਲ ਸਮਝ ਬੈਠਦਾ ਕਿ ਰੱਬ ਕਿਤੇ ਦੂਰ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਜਾਂ ਗੁਰੂ ਸਾਹਿਬਾਨਾਂ ਦੀ ਆਪਾਂ ਬਾਣੀ ਪੜ੍ਹੀਏ ਤਾਂ ਸਤਿਗੁਰੂ ਜੀ ਨੇ ਇਸੇ ਕਰਕੇ ਕਹਿ ਦਿੱਤਾ, ਤੁਧ ਰੂਪ ਨਾ ਦੇਖਿਆ ਜਾਤ ਤੂੰ ਵਰਨਾ ਵਾਹਰਾ, ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜਾਰਾ। ਇਹ ਵਾਹਿਗੁਰੂ, ਇਹ ਜਿਹੜੇ ਦੁਨੀਆ ਦੇ ਲੋਕ ਨੇ ਇਹ ਤੈਨੂੰ ਦੂਰ ਸਮਝਦੇ ਨੇ, ਪਰ ਤੂੰ ਜਾਰਾ ਤੌਰ ਤੇ ਵਰਤ ਰਿਹਾ। ਉਹਨਾਂ ਨੇ ਇਸੇ ਤਰ੍ਹਾਂ ਹੀ ਦੇਖਿਆ, ਕਰੋ ਕੁਦਰਤ ਵਿੱਚੋਂ ਕਾਦਰ ਨੂੰ ਦੇਖਿਆ। ਸਾਨੂੰ ਲੱਗਦਾ ਵੀ ਕਿਸੇ ਦਰਖਤ ਵਿੱਚ ਰੱਬ ਵਸਦਾ ਹੋਊਗਾ, ਸਾਨੂੰ ਲੱਗਦਾ ਵੀ ਕੀੜੀ ਤੁਰੀ ਜਾਂਦੀ ਹੋਵੇ ਤੇ ਸਾਨੂੰ ਲੱਗੇ ਵੀ ਇਹਦੇ ਵਿੱਚ ਵੀ ਰੱਬੀ ਜੋਤ ਹੈ, ਸਾਨੂੰ ਤੇ ਇਹਦਾ ਅਹਿਸਾਸ ਨਹੀਂ ਹੁੰਦਾ ਨਾ। ਪਰ ਸਤਿਗੁਰੂ ਜੀ ਨੇ ਆਖਿਆ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਧ। ਇਹਦੇ ਵੀ ਉਹੀ ਹੈ, ਸਾਰੇ ਕਿਤੇ ਉਹੀ ਦਿਸਦਾ, ਉਹੀ ਆਪੇ ਹੀ ਸੁਣਦਾ, ਆਪੇ ਹੀ ਬੋਲਦਾ, ਸਾਰਾ ਕੁਝ ਉਹ ਆਪੇ ਹੀ ਕਰ ਰਿਹਾ ਸਭ ਕਿਤੇ। ਜੋ ਬੋਲਤ ਮ੍ਰਿਗ ਮੀਨ ਪਖੇਰੂ, ਹਰ ਬਿਨ ਬੋਲਤ ਹੈ ਨਹੀਂ ਹੋਰ। ਰੱਬ ਦੇ ਪਿਆਰੇ ਗੁਰੂ ਸਾਹਿਬਾਨ ਤਾਂ ਇਹ ਗੱਲ ਕਹਿੰਦੇ ਕਿ ਜਿਵੇਂ ਕੋਈ ਮਿਰਗ ਦੀ ਆਵਾਜ਼ ਹੋ ਗਈ, ਕੋਈ ਪੰਛੀ ਬੋਲਦੇ ਨੇ, ਕਹਿੰਦੇ ਇਹ ਉਸ ਮਾਲਕ ਦੀਆਂ ਹੀ ਆਵਾਜ਼ਾਂ ਨੇ, ਉਸ ਮਾਲਕ ਦੀਆਂ ਆਵਾਜ਼ਾਂ ਨੇ। ਜਿਹਨੂੰ ਅਸੀਂ ਕਹਿੰਦੇ ਨਾ ਬਾਜੇ ਅਨਹਦ ਤੂਰੇ ਇੱਕ ਨਾਦ ਵੱਜਦਾ, ਇਹ ਭਾਵ ਕਿ ਉਹ ਕੁਦਰਤ ਵਿੱਚ ਹੀ ਉਹਨੂੰ ਮਹਿਸੂਸ ਕਰਨ ਲੱਗ ਜਾਂਦੇ ਨੇ। ਉਹਨਾਂ ਦੇ ਕੰਨੀ ਕੋਈ ਆਵਾਜ਼ ਪੈਂਦੀ, ਉਹ ਕਹਿੰਦੇ ਮਾਲਕ ਦੀ ਆਵਾਜ਼ ਹੈ, ਉਸ ਰੱਬ ਦੀ ਆਵਾਜ਼ ਹੈ, ਇਹੀ ਨਾਦ ਹੈ ਪਿਆਰੇ। ਇਹ ਬਾਕੀ ਜਿਹੜੀਆਂ ਇਹ ਸ਼ਬਦ ਲਏ ਗਏ ਨੇ, ਇਹ ਜੋਗੀ ਕਹਿੰਦੇ ਹੁੰਦੇ ਸਨ ਅਨਹਦ ਕਿੰਗਰੀ ਆਵਾਜ਼ ਹੈ, ਉਹ ਉਹਨਾਂ ਦੀ ਕੋਈ ਆਪਣੀ ਜੁਗਤੀ ਸੀ, ਕੋਈ ਆਪਣਾ ਤਰੀਕਾ ਸੀ, ਉਹ ਉਸ ਪਾਸੇ ਗੁਰਮਤਿ ਨੇ ਸਾਨੂੰ ਲੈ ਕੇ ਜਾਣਾ।
ਤਾਂ ਹੁਣ ਪਿਆਰੂ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਜਿਹੜਾ ਸਭ ਕੁਝ ਕਰ ਕਰਾ ਰਿਹਾ, ਸਾਰੇ ਸਮਾਜ ਦੀ, ਸਾਰੇ ਸੰਸਾਰ ਦੀ ਪਾਲਣਾ ਕਰ ਰਿਹਾ, ਦੇਖਭਾਲ ਕਰ ਰਿਹਾ, ਸਭ ਨੂੰ ਰੋਜੀ ਰੋਟੀ ਦੇ ਰਿਹਾ, ਸਾਰਿਆਂ ਨੂੰ ਜਿਹਨੇ ਧੰਦੇ ਲਾ ਕੇ ਰੱਖਿਆ ਹੋਇਆ, ਜਿਸ ਨੇ ਕਿਰਤਕਾਰ ਬਣਾ ਕੇ ਦਿੱਤੀ ਹੈ। ਤਾਂ ਸਾਹਿਬ ਜੀ ਕਹਿੰਦੇ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ। ਸਾਡੇ ਸਰੀਰ ਦੇ ਵਿੱਚ ਤੂੰ ਜਿਹੜੀ ਜੋਤ ਰੱਖੀ ਏ, ਇਹ ਸਰੀਰ ਏ, ਇਹ ਮਾਲਕਾ ਤੂੰ ਸਾਨੂੰ ਦਾਨ ਹੀ ਦਿੱਤਾ ਹੈ। ਅਸੀਂ ਇਹਨੂੰ ਮੁੱਲ ਨਹੀਂ ਖਰੀਦ ਸਕਦੇ, ਇਹਦੀ ਕੀਮਤ ਕੋਈ ਨਹੀਂ ਹੈ। ਕਹਿਣ ਲੱਗੇ ਇਹ ਤੂੰ ਬਹੁਤ ਵੱਡਾ ਦਾਨ ਦਿੱਤਾ, ਇਹਦੇ ਵਿੱਚ ਚਾਨਣ ਵੀ ਕੀਤਾ ਆਪਣੀ ਜੋਤ ਰੱਖ ਕੇ। ਸਾਡੀਆਂ ਅੱਖਾਂ ਦੇਖਦੀਆਂ ਨੇ, ਇਹਨਾਂ ਦੀ ਇੱਕ ਆਪਣੀ ਰੌਸ਼ਨੀ ਹੈ। ਜਦੋਂ ਬੰਦੇ ਵਿੱਚ ਜੋਤ ਨਹੀਂ ਹੁੰਦੀ ਤੇ ਅੱਖਾਂ ਆਈ ਹੁੰਦੀਆਂ ਨੇ, ਪਰ ਬੰਦਾ ਦੇਖਦਾ ਨਹੀਂ। ਸਤਿਗੁਰੂ ਜੀ ਕਹਿੰਦੇ ਮਾਲਕਾ ਤੂੰ ਬੜਾ ਵੱਡਾ ਦਾਨ ਦਿੱਤਾ ਹੈ, ਤਨ ਚੰਦ ਦੀ ਪਾਇਆ। ਚੰਦ ਤੋਂ ਭਾਵ ਆ ਰੋਸ਼ਨੀ ਦਾ। ਚੰਦ ਦਾ ਇੱਕ ਚਾਨਣ ਹੁੰਦਾ, ਇੱਥੇ ਸੂਰਜ ਵੀ ਲਿਖਿਆ ਜਾ ਸਕਦਾ ਸੀ, ਪਰ ਸੂਰਜ ਦੀ ਰੋਸ਼ਨੀ ਜਿਹੜੀ, ਜਿੱਥੇ ਰੋਸ਼ਨੀ ਹੈ ਨਾਲ ਉਹਦੀ ਤਪਸ਼ ਵੀ ਹੁੰਦੀ ਹੈ, ਪਰ ਚੰਦਰਮਾ ਦੀ ਜਿਹੜੀ ਰੋਸ਼ਨੀ ਹੈ ਉਹ ਠੰਡੀ ਹੁੰਦੀ ਹੈ, ਸ਼ੀਤਲਤਾ ਹੁੰਦੀ ਹੈ। ਤਾਂ ਇੱਥੇ ਸਤਿਗੁਰੂ ਜੀ ਨੇ ਇਹ ਸੰਕੇਤ ਲਿਆ ਹੈ। ਸਤਿਗੁਰੂ ਜੀ ਕਹਿੰਦੇ ਤੂੰ ਸਾਡੇ ਸਰੀਰ ਵਿੱਚ ਜੋਤ ਰੱਖੀ ਹੈ, ਸਾਡੇ ਅੰਦਰ ਚਾਨਣ ਪੈਦਾ ਕੀਤਾ ਹੈ। ਚਾਨਣ ਵੀ ਐਸਾ ਜਿਹੜਾ ਸ਼ੀਤਲ ਹੈ, ਠੰਡਾ ਹੈ, ਜਿਹੜਾ ਸਾਨੂੰ ਟਿਕਾ ਦੇਣ ਵਾਲਾ ਹੈ। ਤਨ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ। ਕਹਿੰਦੇ ਮਾਲਕਾ ਜਿੱਥੇ ਤੂੰ ਜੋਤ ਰੱਖੀ ਹੈ, ਉੱਥੇ ਕਹਿੰਦੇ ਜਦੋਂ ਮਨੁੱਖ ਦੇ ਜੀਵਨ ਵਿੱਚੋਂ ਅਗਿਆਨ ਨਿਕਲ ਜਾਂਦਾ, ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ। ਆਪਾਂ ਪੜ੍ਹਦੇ ਹੁੰਦੇ ਹਾਂ ਨਾ, ਸਾਹਿਬ ਜੀ ਦਾ ਸ਼ਬਦ ਹੈ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ। ਲਾਦਾ ਤੋਂ ਭਾਵ ਉਹਦਾ ਲੱਭ ਗਿਆ। ਜਦੋਂ ਹਨੇਰਾ ਦੂਰ ਹੋ ਜਾਵੇ, ਘਰ ਵਿੱਚ ਪਈਆਂ ਸਾਰੀਆਂ ਚੀਜ਼ਾਂ ਦਿਸਣ ਲੱਗ ਪੈਂਦੀਆਂ ਨੇ, ਬੰਦੇ ਨੂੰ ਇਕੱਲੀ ਇਕੱਲੀ ਚੀਜ਼ ਲੱਭ ਪੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਮਾਲਕਾ ਜਦੋਂ ਸਾਡੇ ਕੋਲੇ ਗਿਆਨ ਆ ਗਿਆ, ਸੋਝੀ ਆ ਗਈ, ਤੇ ਕਹਿਣ ਲੱਗੇ ਐਸਾ ਚਾਨਣ ਹੋ ਗਿਆ, ਦੁੱਖ ਅੰਧੇਰਾ ਉੱਠ ਗਿਆ। ਹੁਣ ਦੁੱਖ ਕਿਉਂ ਨੇ? ਹਨੇਰਾ, ਅਗਿਆਨਤਾ ਦਾ ਹਨੇਰਾ ਬੰਦਾ ਭਟਕ ਰਿਹਾ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਵਹਿਮ ਭਰਮ ਹੈ, ਕੀ ਪਖੰਡ ਹੈ, ਅਸਲ ਧਰਮ ਕੀ ਹੈ, ਉਹਨੂੰ ਸੋਝੀ ਨਹੀਂ, ਉਹ ਠੇਡੇ ਖਾ ਰਿਹਾ ਹਨੇਰੇ ਵਿੱਚ। ਪਰ ਕਹਿੰਦੇ ਚਾਨਣ ਹੋ ਗਿਆ, ਰੋਸ਼ਨੀ ਆ ਗਈ, ਸੋਝੀ ਮਿਲ ਗਈ, ਕਹਿੰਦੇ ਦੁੱਖ ਅੰਧੇਰਾ ਉੱਠ ਗਿਆ। ਗੁਣ ਜੰਜ ਲਾੜੇ ਨਾਲ ਸੋ ਹੈ, ਪਰਖ ਮੋਹਣੀਐ ਲਿਆ। ਸਤਿਗੁਰੂ ਜੀ ਕਹਿੰਦੇ ਜਿਵੇਂ ਲਾੜੇ ਨਾਲ ਜੰਜ ਸੋਹਦੀ ਹੁੰਦੀ ਹੈ, ਇੱਕੋ ਹੀ ਲਾੜਾ ਹੁੰਦਾ। ਕਹਿੰਦੇ ਇਹ ਸਾਰੇ ਸੰਸਾਰ ਦਾ ਰੱਖ ਹੈ, ਇੱਕ ਮਾਲਕ ਵਾਹਿਗੁਰੂ ਪਰਮਾਤਮਾ ਹੈ। ਜੰਜ ਲਾੜੇ ਨਾਲ ਹੀ ਸੋਹਣੀ ਲੱਗਦੀ ਹੈ, ਇਹ ਸੰਸਾਰ ਵੀ ਉਹਦੇ ਕਰਕੇ ਹੀ ਸੋਹਣਾ ਲੱਗਦਾ। ਇਹਨੂੰ ਸਤਿਗੁਰੂ ਜੀ ਕਹਿੰਦੇ ਦੁਨੀ ਸੁਹਾਵਾ ਬਾਗ। ਤੇ ਸਤਿਗੁਰੂ ਜੀ ਕਹਿਣ ਲੱਗੇ ਇਹ ਗੁਣ ਨੇ ਉਸ ਮਾਲਕ ਦੇ ਪੱਲੇ, ਗੁਣ ਰੂਪ ਹੋ ਕੇ ਇੱਥੇ ਵਰਤ ਰਿਹਾ। ਤੇ ਜਿਨ੍ਹਾਂ ਨੇ ਉਹਦੇ ਨਾਲ ਪਿਆਰ ਪਾਇਆ, ਉਹ ਜੀਵ ਇਸਤਰੀਆਂ, ਉਹ ਮਨੁੱਖ ਪਰਖ ਮੋਹਣੀਆਂ ਲਿਆ, ਕਹਿੰਦੇ ਪਰਖ ਕਰਕੇ ਉਹਦੇ ਨਾਲ ਜੁੜ ਗਏ। ਹੁਣ ਰਿਸ਼ਤੇਦਾਰੀਆਂ ਜੁੜਦੀਆਂ ਨੇ ਤਾਂ ਬੰਦਾ ਪਹਿਲਾਂ ਪਰਖ ਕਰਦਾ ਵੀ ਇਹ ਘਰ ਪਰ ਕਿਵੇਂ ਹੈ, ਘਰ ਪਰਿਵਾਰ ਕਿਵੇਂ ਹੈ, ਲੜਕਾ ਜਿਹਦੇ ਨਾਲ ਲੜਕੀ ਤੋਰਨੇ ਦਾ ਜੀਵਨ ਕਿਵੇਂ ਹੈ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਮਨੁੱਖ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਹੁੰਦਾ, ਪਰਖ ਕਰਦਾ, ਤੇ ਫਿਰ ਗੁਣਾਂ ਨਾਲ ਉਹਦਾ ਪਿਆਰ ਬਣ ਜਾਂਦਾ, ਪਰਮਾਤਮਾ ਨਾਲ ਜੁੜ ਜਾਂਦਾ। ਵਿਵਾਹ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ। ਵਿਵਾਹ ਹੋਆ, ਵਿਵਾਹ ਕੀ ਹੈ? ਦੋ ਜੀਵਾਂ ਦਾ ਮੇਲ ਹੈ। ਤਾਂ ਇੱਥੇ ਸਤਿਗੁਰੂ ਜੀ ਗੱਲ ਕਰਦੇ ਨੇ ਪਰਮਾਤਮਾ ਤੇ ਜੀਵ ਦੀ। ਇੱਥੇ ਸਤਿਗੁਰੂ ਜੀ ਵਿਵਾਹ ਸ਼ਬਦ ਵਰਤਦੇ ਨੇ, ਤੇ ਵਿਵਾਹ ਸ਼ਬਦ ਬਾਣੀ ਵਿੱਚ ਹੋਰ ਵੀ ਬੜੇ ਥਾਵਾਂ ਤੇ ਵਰਤਿਆ। ਹਰ ਪ੍ਰਭ ਕਾਜ ਰਚਾਇਆ, ਗੁਰਮੁਖ ਵਿਆਹੁਣ ਆਇਆ, ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ। ਤਾਂ ਸਤਿਗੁਰੂ ਜੀ ਕਹਿੰਦੇ ਮਨੁੱਖ ਫਿਰ ਉਸ ਪਰਮੇਸ਼ਰ ਨਾਲ ਜੁੜ ਜਾਂਦਾ, ਮਿਲਾਪ ਹੋ ਜਾਂਦਾ। ਪੰਜ ਸ਼ਬਦੀ ਆਇਆ। ਪੰਜ ਦੋ ਭਾਵ ਹੁੰਦਾ ਸ੍ਰੇਸ਼ਟ, ਸ਼ਬਦ ਭਾਵ ਮਤ, ਭਾਵ ਉਹ ਸ੍ਰੇਸ਼ਟ ਮਤ ਉਹਨੂੰ ਮਿਲ ਗਈ ਹੈ। ਸ੍ਰੇਸ਼ਟ ਮਤ ਦੁਆਰਾ ਉਹਦਾ ਪਰਮਾਤਮਾ ਨਾਲ ਮੇਲ ਹੋ ਗਿਆ ਹੈ। ਜਿਨ ਕੀਆ ਤਿਨ ਦੇਖਿਆ, ਜਗ ਧੰਦਲੇ ਲਾਇਆ। ਜਿਹੜੇ ਮਾਲਕ ਵਾਹਿਗੁਰੂ ਨੇ ਭਾਈ ਇਹ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਉਹੀ ਇਹਦੀ ਦੇਖਭਾਲ ਕਰ ਰਿਹਾ ਤੇ ਸਾਰਿਆਂ ਨੂੰ ਉਸੇ ਨੇ ਹੀ ਧੰਦੇ ਲਾਇਆ ਹੋਇਆ ਹੈ। ਇਹ ਜਿਹੜਾ ਸ਼ੰਤ ਹੈ, ਇਹਦੇ ਵਿੱਚ ਆਪਾਂ ਜਦੋਂ ਪੜ੍ਹਦੇ ਹਾਂ ਤੇ ਚਾਰ ਬੰਦ ਨੇ, ਤੇ ਸਤਿਗੁਰੂ ਜੀ ਨੇ ਪਹਿਲੇ ਬੰਦ ਦੀ ਇੱਥੇ ਸਮਾਪਤੀ ਕੀਤੀ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਉਹਦੇ ਨਾਲ ਜੁੜਨ ਦਾ ਤਰੀਕਾ ਦੱਸ ਰਹੇ ਨੇ ਵੀ ਕਿਸ ਤਰ੍ਹਾਂ ਕਿਵੇਂ। ਹੁਣ ਬੰਦੇ ਦੇ ਮਨ ਵਿੱਚ ਸਵਾਲ ਪੈਦਾ ਹੁੰਦਾ। ਇੱਕ ਦਿਨ ਹੁਣ ਗੁਰੂ ਨੇ ਥੋੜ੍ਹੀ ਉਤਰੀ ਅਵਸਥਾ ਦੀ ਗੱਲ ਕਰ ਦਿੱਤੀ ਵੀ ਜਿਵੇਂ ਹੁਣ ਚੰਦ ਦਾ ਚੰਨ ਹੋ ਗਿਆ, ਰੋਸ਼ਨੀ ਹੋ ਗਈ। ਹੁਣ ਆਮ ਬੰਦੇ ਦੇ ਦਿਮਾਗ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ। ਅੱਗੇ ਸਤਿਗੁਰੂ ਜੀ ਸੁਖਾਲਾ ਕਰਦੇ ਆਖਦੇ ਨੇ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ।
ਇਹ ਤਨ ਜਿਨ ਸਿਉ ਗਾਡਿਆ ਮਨ ਜੀੜਾ ਦਿੱਤਾ। ਸਤਿਗੁਰੂ ਜੀ ਕਹਿੰਦੇ ਅਸੀਂ ਉਹਨਾਂ ਤੋਂ ਸਦਾ ਬਲਿਹਾਰੇ ਜਾਂਦੇ ਆ, ਜਿਹੜੇ ਉਸ ਨਾਲ ਜੁੜ ਜਾਂਦੇ ਨੇ। ਉਹ ਮਿੱਤਰ ਨੇ ਸਾਡੇ, ਸਾਜਨਾ ਮੀਤਾ ਅਵਰੀਤਾ। ਉਹ ਸਾਡੇ ਸਾਜਨ ਨੇ, ਸਾਡੇ ਮਿੱਤਰ ਨੇ। ਅਵਰੀਤਾ ਤੋਂ ਭਾਵ ਹੁੰਦਾ ਉਹਨਾਂ ਦੇ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਹੋਰ ਹੈ। ਉਹ ਆਮ ਲੋਕਾਂ ਵਾਂਗੂ ਜ਼ਿੰਦਗੀ ਨਹੀਂ ਜਿਉਂਦੇ। ਜਿਵੇਂ ਸਤਿਗੁਰੂ ਜੀ ਨੇ ਬਾਣੀ ਵਿੱਚ ਆਖਿਆ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ ਵਿਖਮ ਮਾਰਗ ਚੱਲਣਾ। ਹੁਣ ਭਗਤ ਕੋਈ ਵਿੰਗੇ ਟੇਢੇ ਹੋ ਕੇ ਥੋੜ੍ਹਾ ਤੁਰਦੇ ਹੁੰਦੇ ਨੇ। ਚਾਲ ਨਿਰਾਲੀ ਤੋਂ ਭਾਵ ਹੈ ਕਿ ਲੋਕੀ ਬੜੀਆਂ ਕਬਰਾਂ ਤੇ ਜਾਂਦੇ ਨੇ, ਪਰ ਰੱਬ ਦੇ ਪਿਆਰੇ ਅੰਦਰ ਰੱਬ ਦਾ ਹੀ ਪਿਆਰ ਹੈ। ਉਹਦਾ ਸਿਰ ਉਸ ਮਾਲਕ ਅੱਗੇ ਝੁਕਦਾ, ਉਹ ਕਿਤੇ ਨਹੀਂ ਜਾਂਦਾ। ਇਸ ਕਰਕੇ ਉਹਦੀ ਚਾਲ ਨਿਰਾਲੀ। ਸਤਿਗੁਰੂ ਜੀ ਕਹਿਣ ਲੱਗੇ ਇਹੋ ਜਿਹਾ ਤੋਂ ਅਸੀਂ ਬਲਿਹਾਰੇ ਜਾਂਦੇ ਆ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਨਿਰਾਲਾ ਬਣਾ ਲਿਆ ਹੈ, ਵੱਖਰਾ ਬਣਾ ਲਿਆ ਹੈ। ਇਹ ਤਨ ਜਿਨ ਸਿਉ ਗਾਡਿਆ ਮਨ ਜੀੜਾ ਦਿੱਤਾ। ਸਤਿਗੁਰੂ ਜੀ ਕਹਿੰਦੇ ਇਹ ਤਨ ਜਿਨ ਸਿਉ ਗਾਡਿਆ, ਸਰੀਰ। ਹੁਣ ਸਰੀਰ ਅਸੀਂ ਸੰਗਤ ਵਿੱਚ ਲਿਆ ਕੇ ਟਿਕਾ ਲਿਆ। ਕਿਸੇ ਚੀਜ਼ ਨੂੰ ਇੱਕ ਥਾਂ ਤੇ ਗੱਡ ਦੇਣਾ ਹੋਵੇ, ਆਪਾਂ ਕਹਿੰਦੇ ਚੀਜ਼ ਗੱਡ ਦਿੱਤੀ, ਟਿਕ ਗਈ, ਹੁਣ ਨਹੀਂ ਹਿਲਦੀ। ਇੱਥੇ ਸਤਿਗੁਰੂ ਜੀ ਕਹਿਣ ਲੱਗੇ ਕਿ ਪਿਆਰੋ, ਹੁਣ ਜਿਹੜੇ ਉਹ ਰੱਬ ਦੇ ਪਿਆਰੇ ਸੱਜਣ ਨੇ, ਜਿਨ੍ਹਾਂ ਦਾ ਜੀਵਨ ਵੱਖਰੇ ਤਰ੍ਹਾਂ ਦਾ, ਭਾਵ ਕਿ ਸੰਸਾਰ ਨਾਲੋਂ ਵੱਖਰਾ ਜੀਵਨ ਹੈ, ਪਰਮਾਤਮਾ ਵਾਲੇ ਰਸਤੇ ਦਾ ਜੀਵਨ ਹੈ, ਉਹਨਾਂ ਨਾਲ ਮੈਂ ਆਪਣੇ ਸਰੀਰ ਨੂੰ ਵੀ ਜੋੜ ਲਿਆ। ਭਾਵ ਹੁਣ ਮੈਂ ਉਹਨਾਂ ਦੀ ਸੰਗਤ ਕਰਦਾ ਤੇ ਉਹਨਾਂ ਨੂੰ ਮੈਂ ਆਪਣਾ ਮਨ ਦੇ ਦਿੱਤਾ ਹੈ, ਤੇ ਮਨ ਦੇ ਵੱਡੇ ਉਹਨਾਂ ਨੇ ਮੈਨੂੰ ਰੱਬੀ ਗਿਆਨ ਦੇ ਦਿੱਤਾ ਹੈ। ਇਹ ਤਨ ਜਿਨ ਸਿਉ ਗਾਡਿਆ ਮਨ ਜੀੜਾ ਦਿੱਤਾ। ਮਨ ਲੈ ਕੇ ਮੈਨੂੰ ਗਿਆਨ ਬਖਸ਼ ਦਿੱਤਾ ਹੈ। ਲਿਆ ਤਾਂ ਦੀਆ ਮਾਨ ਜਿਨ ਸਿਉ, ਸੇ ਸੱਜਣ ਕਿਉਂ ਵਿਸਰੈ। ਜਿਨ੍ਹਾਂ ਨੇ ਮਨ ਲੈ ਲਿਆ ਤੇ ਗਿਆਨ ਦੇ ਦਿੱਤਾ, ਮਾਨ ਬਖਸ਼ ਦਿੱਤਾ, ਸੋਭਾ ਦੇ ਦਿੱਤੀ, ਵਡਿਆਈ ਦੇ ਦਿੱਤੀ। ਹੁਣ ਬੰਦਾ ਚੰਗਾ ਜੀਵਨ ਜਿਉਣ ਲੱਗ ਪਏ, ਸੰਸਾਰ ਵਿੱਚ ਸੋਭਾ ਹੁੰਦੀ ਹੈ ਚੰਗਿਆਂ ਨਾਲ ਜੁੜ ਕੇ। ਤੇ ਸਤਿਗੁਰੂ ਜੀ ਕਹਿੰਦੇ ਸੇ ਸੱਜਣ ਕਿਉਂ ਵਿਸਰੈ। ਕਹਿੰਦੇ ਇਹੋ ਜਿਹੇ ਪਿਆਰੇ ਸੱਜਣ ਫਿਰ ਕਦੇ ਵੀ ਸਾਨੂੰ ਨਹੀਂ ਵਿਸਰਨੇ ਚਾਹੀਦੇ, ਜਿਨ੍ਹਾਂ ਨਾਲ ਮਿਲ ਕੇ ਸਾਡਾ ਜੀਵਨ ਸੋਹਣਾ ਬਣ ਜਾਂਦਾ ਹੈ। ਜਿਨ ਦਿਸ ਆਇਆ ਹੋਏ ਰਣੀਆਂ, ਜੀ ਸੇਤੀ ਗੈ ਰਹੇ। ਜਿਨ੍ਹਾਂ ਨੂੰ ਮਿਲ ਕੇ ਉਹ ਮਾਲਕ ਵਾਹਿਗੁਰੂ ਦਿਸ ਪਿਆ ਹੈ, ਭਾਵ ਉਹਦੇ ਦਰਸ਼ਨ ਦੀਦਾਰ ਹੋ ਗਏ ਨੇ। ਤੇ ਸਤਿਗੁਰੂ ਜੀ ਕਹਿੰਦੇ ਹੋਏ ਰਣੀਆਂ, ਫਿਰ ਉਸ ਮਾਲਕ ਦੇ ਨਾਲ ਚਿੱਤ ਜੁੜ ਗਿਆ। ਹੁਣ ਮਨੁੱਖ ਉਹ ਜੀਵ ਖੁਸ਼ੀਆਂ ਮਾਣ ਰਿਹਾ। ਰਲੀਆਂ ਤੋਂ ਭਾਵ ਖੁਸ਼ੀਆਂ, ਆਨੰਦ ਮਾਣ ਰਿਹਾ ਹੈ। ਜੀ ਸੇਤੀ ਕਹਿ ਰਹੇ, ਉਸ ਚੀਜ਼ ਨੂੰ ਉਹਨੇ ਆਪਣੇ ਹਿਰਦੇ ਵਿੱਚ ਟਿਕਾ ਲਿਆ ਹੈ, ਚੰਗੀ ਤਰ੍ਹਾਂ ਪਕੜ ਕੇ ਰੱਖ ਲਿਆ। ਕੋਈ ਗੱਲ ਹੁੰਦੀ ਹੈ, ਪਹਿਲਾਂ ਸਾਨੂੰ ਬੜੀ ਚੰਗੀ ਲੱਗਦੀ ਹੈ, ਪਰ ਥੋੜੇ ਸਮੇਂ ਬਾਅਦ ਅਸੀਂ ਵਿਸਾਰ ਦਿੰਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਉਹ ਰੱਬੀ ਪਿਆਰੇ, ਜਿਨ੍ਹਾਂ ਦੇ ਨਾਲ ਸਾਂਝ ਪਾਈ ਸੀ, ਉਹਨਾਂ ਦੇ ਬਖਸ਼ੇ ਹੋਏ ਢੰਗ ਤਰੀਕੇ, ਜੁਗਤੀਆਂ, ਉਹਨਾਂ ਦੇ ਨਾਲ ਕਹਿੰਦੇ ਜਦੋਂ ਅਸੀਂ ਜੁੜ ਗਏ, ਤੇ ਉਹ ਕਹਿੰਦੇ ਹੁਣ ਅਸੀਂ ਗਵਾਉਂਦੇ ਨਹੀਂ, ਕਦੇ ਉਹਨਾਂ ਨੂੰ ਛੱਡਾਂਗੇ ਨਹੀਂ, ਉਹਨਾਂ ਨੂੰ ਪਕੜ ਲਿਆ ਹੈ। ਕਹਿ ਰਿਹਾ ਸਗਲ ਗੁਣ ਅਬ ਗੁਣ ਨਾ ਕੋਈ, ਹੋਏ ਨੀਤਾ ਨੀਤਾ। ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਨਾਲ ਜੁੜੇ ਹੋਏ ਜੀਵਾਂ ਦੇ ਅੰਦਰ ਗੁਣ ਹੀ ਗੁਣ ਹੁੰਦੇ ਨੇ, ਨਿਤ ਹੀ ਨਿਤ ਹੁੰਦੇ ਨੇ। ਸਾਡਾ ਜੀਵਨ ਕੀ ਹੈ? ਅਸੀਂ ਕੁਝ ਟਾਈਮ ਕੋਈ ਚੰਗਾ ਕੰਮ ਕਰ ਲੈਂਦੇ ਹਾਂ, ਬਾਅਦ ਵਿੱਚ ਅਸੀਂ ਬੁਰੇ ਕੰਮ ਵੀ ਕਰਦੇ ਹੁੰਦੇ ਹਾਂ। ਬੁਰਾਈਆਂ ਵੀ ਸਾਡੇ ਜੀਵਨ ਵਿੱਚ ਹੁੰਦੀਆਂ ਨੇ, ਪਰ ਨਹੀਂ, ਸਤਿਗੁਰੂ ਜੀ ਕਹਿੰਦੇ ਰੱਬੀ ਪਿਆਰਾਂ ਦੇ ਜੀਵਨ ਵਿੱਚ ਗੁਣ ਹੁੰਦੇ ਨੇ, ਤੇ ਉਹ ਸਦਾ ਸਦਾ ਹੁੰਦੇ ਨੇ, ਸਦਾ ਹੀ ਹੁੰਦੇ ਨੇ। ਹੋਏ ਨੀਤਾ ਨੀਤਾ, ਨਿਤ 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 ਰੋਜ਼ ਉਹਨਾਂ ਦੇ ਜੀਵਨ ਵਿੱਚ ਗੁਣ ਟਿਕੇ ਰਹਿੰਦੇ ਨੇ। ਤੇ ਸਾਹਿਬ ਜੀ ਕਹਿੰਦੇ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ। ਇਹੋ ਜਿਹੇ ਜਿਹੜੇ ਸੱਜਣ ਨੇ, ਮਿੱਤਰ ਨੇ, ਕਹਿਣ ਲੱਗੇ ਅਸੀਂ ਉਹਨਾਂ ਤੋਂ ਬਲਿਹਾਰੇ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਨ੍ਹਾਂ ਦੇ ਜੀਵਨ ਵਿੱਚ ਗੁਣ ਨੇ। ਤਾਂ ਕਿ ਫਿਰ ਸਤਿਗੁਰੂ ਜੀ ਕਹਿੰਦੇ ਪਿਆਰੋ, ਇਹ ਗੱਲ ਨੂੰ ਪੱਲੇ ਬੰਨ੍ਹ ਲਓ, ਜਿੱਥੇ ਗੁਣ ਨੇ ਨਾ, ਤੇ ਉਹ ਗੁਣਾਂ ਨੂੰ ਆਪਣੇ ਅੰਦਰ ਲੈ ਕੇ ਆਉਣ ਦਾ ਯਤਨ ਕਰੋ। ਸੁਗੰਧੀ ਹੁੰਦੀ ਹੈ, ਕਿਸੇ ਡੱਬੇ ਵਿੱਚ ਸੁਗੰਧੀ ਬੰਦ ਹੋਵੇ, ਪਈ ਰਵੇ, ਉਹਦਾ ਕੋਈ ਭਾਵ ਨਹੀਂ। ਜਦੋਂ ਤੁਸੀਂ ਉਹ ਸੁਗੰਧੀ ਨੂੰ ਡੱਬੇ ਵਿੱਚੋਂ ਕੱਢੋਗੇ, ਉਹਨੂੰ ਵਰਤੋਗੇ, ਫਿਰ ਉਹਨੇ ਵਾਤਾਵਰਨ ਨੂੰ ਸੁਗੰਧਿਤ ਕਰਨਾ, ਤੁਹਾਨੂੰ ਵੀ ਫੇਰ ਸੁਗੰਧਿਤ ਕਰਨਾ। ਇਸੇ ਤਰ੍ਹਾਂ ਗੁਣਾਂ ਦੀਆਂ ਗੱਲਾਂ ਕਰ ਲੈਣੀਆਂ, ਚੰਗੇ ਬਣ ਜਾਈਏ ਜੀ, ਜੀਵਨ ਚੰਗਾ ਬਣ ਜਾਏ ਜੀ, ਐ ਹੋ ਜੇ। ਸਤਿਗੁਰੂ ਜੀ ਕਹਿੰਦੇ ਗੱਲਾਂ ਨਾ ਕਰੋ, ਡੱਬਾ ਖੋਲੋ। ਭਾਵ ਗੁਣ ਨੇ ਜਿਹੜੇ, ਉਹਨਾਂ ਦੀ ਕਮਾਈ ਕਰਨੀ ਆਪਣੇ ਜੀਵਨ ਵਿੱਚ ਸ਼ੁਰੂ ਕਰੋ। ਸਾਹਿਬ ਜੀ ਫਰਮਾਨ ਕਰਦੇ ਨੇ, ਗੁਣਾ ਕਾ ਹੋਵੇ ਵਾਸਨਾ ਕੱਢ ਵਾਸ ਲਈ ਜੈ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਤਿਗੁਰੂ ਜੀ ਕਹਿੰਦੇ ਗੁਣ ਨੇ ਜਿਹੜੇ, ਉਹ ਗੁਣ ਇਕੱਠੇ ਕਰੋ, ਭਾਵ ਗੁਣਾਂ ਨਾਲ ਵਰਤੋਂ ਵਿਹਾਰ ਬਣਾਓ। ਅੱਜ ਅਸੀਂ ਕਹਿ ਦਿੰਦੇ ਹਾਂ ਵੀ
गुरु साहब का जीवन, गुरु नानक पातशाह का, गुरु साहब जी का परिवार, उन्होंने बच्चे, बड़ा उच्चा जीवन से सानू पता सोझी इस गल की, पर असी अपने जीवन को भी उच्चा करने का यत्न करिए। असी गल्लां करके छड्ड दिंदे हां, अज असी करदे सारा कुछ ही है, साडी श्रद्धा बड़ी है, साडी भावना बड़ी है, पर प्यारो गुणां नूं अपने जीवन में वसाउणा टिकाउणा ये चीज़ तो असीं अज सिखणे। सतगुरु जी कहंदे कि प्यारो डब्बा खोलो, भाव के गुण ने जिहड़े कलियां गलियां गल्लां करके छड्ड के वरतों विहार विच लैके आओ। जे गुण होवन साजना मिल सांझ करीजै, कहते जे गुण होण ते फिर सांझ पा लेनी चाहिए है। जिथों गुण मिल जाए, कई बार साडी किसी नाल नहीं बनती हुंदी, वो बंदा भावें कोई चंगा काम भी करदे असीं उहदी फिर भी बदनामी करनी हुंदी। ये साडा सुभाਅ, क्योंकि असी मनो उन्होंने ला चुके हैं, असी उन्होंने वसा चुके हैं। पर सतगुरु जी कहते इस गल नूं पल्ले बन ले, जिथों गुण मिल जाण वो गुण पल्ले बन लैणे। गुण लैणे ने, गुण हासिल करने ने। सांझ करीजा गुणा केरी छोड़ अवगण चली है, हुण गुण इकट्ठे कर लेने ने, गुण लै लेने ने, ते जिहड़े अवगण ने, बुराइयां ने, वो छड्ड देणीआं। देखो जो कोई बंदा गुरु कोले आउंदा, गुरु नाल जुड़दा है, तो वह जीवन नहीं बदलता। हौली हौली जो बाणी समझ आउण लग जाती है, वो फिर बुरे काम करनों पिछे हट जाता। नशे छड्ड दिते, चोरियां यारियां छड्ड दित्तियां, ठगियां धोखे छड्ड दिते, हौली हौली छड्डदा छड्डदा जिवें सतगुरु जी कहंदे सांझ करीजा गुणा करी छोड़ अवगण चलीए। कहंदे अवगण छड्ड दिओ ते गुणां नाल सांझ पा लो। पहरे पटंबर कार्या डंबर अपना पिड़ मल्लीए। इत्थे पटंबर तो भाव रेशम। सतगुरु जी कहते जिहड़ा पहरावा अपना जिहड़ा सुभाਅ वो कोमल बनावे, सुभाਅ कोमल होवे, मिठ बोलड़ा होवे, तेरे जीवन दे विच प्यार सत्कार आ जावे। पहरे पटंबर कर अडंबर, अडंबर हुंदा हार शिंगार, भाव गुणां दा शिंगार करे, तेरे जीवन दे विच गुण होण, तेरे जीवन दे विच कोमलता होवे, तेरे जीवन दे विच लचकीलापन होवे। ते सतगुरु जी कहंदे अपना पिड़ मल्लीए, फिर वो मनुख टिकाणे ते पहुंच जांदा, उसनों अपनी मंजिल मिल जाती है। तो सतगुरु जी कह लगे बस यही तो रब्बी गुण ने जिहड़े जिथे जाए वही है, भला कही है, झोल अमृत पीजै। जिथे भी जाके बैठो भले की गल करो, चंगी गल करो। साडा जीवन की है, जिथे साडी बनदी उत्थे असीं वधिया गल्लां करांगे, जिहदे नाल साडी नहीं बनदी असीं ना चाहुंदे होए भी उहदियां चुगलियां करांगे, निंदिया करांगे, कोलों गल्लां बना बना के असीं उसकी बदनामी करते रहांगे। भाव असीं अपने आप को चंगा सिद्ध करते यत्न करते रहांगे तो दुनिया को आखांगे दुनिया बहुत माड़ी है कि ये संसार बड़ा भैड़ा। जां फिर असीं अपने स्वार्थ वास्ते किसी का नुकसान करने बारे सोचांगे, किसी का बुरा सोचांगे। पर सतगुरु जी कहते सुभाअ बना लो, जे परमात्मा नाल मिलना चाहुंदे हो, जिथे जाए बहीए, भला कहीए, झोल अमृत पीजै। इस तरीके अमृत पीता जाता। असल में जिन्होंने असीं अज अमृत कह दिंदे वो खंडे की पौल, जिन्होंने कहना अमृत छकना, वो खंडे की पौल है। जो रहतनामे पढ़ोगे तुसीं साडे पुरातन स्रोत इतिहास पढ़ोगे तो उहदे विच नूं खंडे की पौल लिखिया होया। अमृत छकना की है? रब्बी गुणां नूं ग्रहण करना, बाणी नूं प्यार नाल पढ़ के समझना, वो जीवन विच कमाउणा अमृत छकना है। अमृत बाणी हर हर तेरी सुन सुन हो है परम गत मेरी। भाव के बाणी अमृत है, जो प्यार नाल पढ़ोगे तुसीं अमृत छक रहे हो। सतगुरु जी कहते झोल अमृत पीजै, गुणा का होवै वासुला कढ़ वास लईजै। कहते जे गुणा वाला डब्बा मिल जाए, गुण मिल जाए तुहानूं किसी मनुख विचों लभ जाण, कहते गुण लै लैणे चाहिए, क्योंकि बैण गुण कीते भगत ना हो। जिन्ना चਿਰ जीवन में चंगे गुण नहीं भगती नहीं। हुण सतगुरु जी ने सिख रहत मर्यादा मुताबक जो सिख की घाट घड़ी है, केश दाढ़ी वाला स्वरूप घड़िया है, तो ये प्यारो रब्बी गुण ने, ये कुदरत दीआं दित्तियां होईयां दातां ने, इन्हां दी सानूं सांभ संभाल करनी सतगुरु जी ने सिखाई। ये गुण ने सतगुरु जी कहते इन्हां नूं अपने जीवन में पैदा कर, इन्हां नूं लैके आ। पर असीं तो इत्थों ही भज तुरे हां प्यारो, फिर असीं कित्थे जाके परमात्मा नूं मिल सकदे। बैण गुण कीते भगत ना हो। जपजी साहिब की बाणी पढ़ दो, तकरीबन बहुत आत गिणती में जे किसी बाणी का पाठ होंदा वह जपजी साहिब, तकरीबन हर एक सिख के मोड़ों ही ज़्यादा माड़े भाग होने ना पढ़े वक्री गल है। नहीं जपजी साहिब का पाठ हर गुरसिख करता, तो ये इन्नी गल समझ लो भी जीवन में गुण नहीं पैदा करते। सतगुरु जी कहते रब की भगती नहीं हो सकती, बैण गुण कीते भगत ना हो। अगर सतगुरु जी कहते हैं
आप करे किसे आखिए होर करे ना कोई। वो मालक वाहिगुरू परमेश्वर ही सारा कुछ करन कराउण वाला है, होर कोई दूजा नहीं है कि कोई कुछ कर सके। आखण तां को जाइए जे भूलड़ा होई। सतगुरु जी कहते उन्होंने आखिए तां भी मालका तू ऐ नहीं इस तरह कर, जे कुछ वो भुलदा होवे। भुलण विच तां सारी दुनिया है, गुरु दे परमात्मा कदे नहीं भुलदे। भुलण अंदर सब को ਉਹ ਭੁੱਲ ਗੁਰੂ ਕਰਤਾਰ। ਸਾਰਾ ਸੰਸਾਰ ਭੁੱਲਾਂ ਕਰ ਸਕਦਾ, ਸਭ ਤੋਂ ਭੁੱਲਾਂ ਹੋ ਸਕਦੀਆਂ ਨੇ, ਪਰ ਗੁਰੂ ਤੇ ਪਰਮਾਤਮਾ ਕਦੇ ਵੀ ਭੁੱਲ ਨਹੀਂ ਕਰਦੇ। ਤੇ ਸਤਿਗੁਰੂ ਜੀ ਕਹਿੰਦੇ ਉਹਨੂੰ ਜਾ ਕੇ ਕਹੀਏ ਤਾਂ ਹੁਣ ਸਾਡਾ ਵੀ ਈਸ਼ਵਰ ਹੈ ਵੀ ਰੱਬ ਨੇ ਆਹ ਕਰ ਦਿੱਤਾ ਯਾਰ ਬੜਾ ਮਾੜਾ ਹੋ ਗਿਆ, ਆਹ ਕਰ ਦਿੱਤਾ ਬੜਾ ਮਾੜਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਕਹੀਏ ਤਾਂ ਵੀ ਜੇ ਕੁਝ ਉਹ ਭੁੱਲਦਾ ਹੋਵੇ, ਉਹ ਆਪਣੇ ਤਰੀਕੇ ਨਾਲ ਜਿਵੇਂ ਸ੍ਰਿਸ਼ਟੀ ਨੂੰ ਚਲਾਉਣਾ, ਉਹ ਸਾਰਾ ਕੁਝ ਸਹੀ ਕਰ ਰਿਹਾ ਹੈ, सही तरीके नाल सारा प्रबंध चला रहा है। जे होए भुला जाए कही है, आप करता क्यों भुला है। सतगुरु जी कहते जे भुला होए तो कहिए, पर कहते वो करता जिहड़ा परमेश्वर है वो कदे भुलदा नहीं। सुने देखै बाज कहे हैं, दान अण मंगिया देवै। सतगुरु जी कहते वो सुने देखे बाज कहिए, उन्होंने भावें सुनता भी नहीं। मान लो भी बंदा तो कहता मेरी आवाज़ पहुँच जाती, गूंगे भी होंगे ने जोड़े बोल नहीं सकते, पर उन्होंने भी उन्हें जीवन दिता है, रोजी रोटी का प्रबंध उन्होंने भी करके दिता है, किरतकार उन्होंने भी बख्शदा। सुने देखा बाज कही है, वो इन्ना समर्थ है भी जे मान लो असीं नहीं भी बोलते ना, बिन बोलिया सब कुछ जानता, किसी आज्ञा कीती अरदास, वो इन्ना समर्थ है भी असीं कुछ ना भी आखीए तो भी वो प्रत पालना करने वाला। सारे जीव ने जिहड़े प्यारे कुछ ना कुछ देखो भी बोलते हैं, पर सतगुरु जी ने उसका गुण बड़ा बड़ा लिखा। कह लगे कि वो सब नूं दान देने वाला है, अण मंगिया दान देवना सबना हाँ जी हाँ। सानूं तां लगदा भी मंग के मिलदा है, बंदे बंदा तो मंग लैंदा है, पर होर पशु पंछी जानवर दरख्त एक थां खड़े ने, इन्हां दी पालना पोषणा किवें हो रही है, इन्हां दी खुराक का प्रबंध कौन कर रहा है, इन्हां दा वधना फुलना वड्डे होना अखीर नूं खत्म होना, इन्हां दा जीवन किवें चल रहा है। सतगुरु जी कहते हो तो एडा बड़ा समर्थ है, दान अण मंगिया देवै। दान दे दाता जग विधाता, नानका सच सोई। हे नानक सारे जगत नूं ओही दान दे रहा है ते विधाता भाव कि सारे जग का रचनहार। ते सहज जी कहते नानका सच सोई, कहन लगे हे नानक वो मालक वाहिगुरू परमात्मा सदैव सच है ते हर थां ते सदा है, सदा तेरे कोले है। आप करे किसे आखिए होर करे ना कोई। हे भाई ये गल अपने चित्त विचों कढ दो, कोई दूजी शक्ति कोई तुहाडा नुकसान कर देगी जां कोई दूजा तुहानूं कुछ दे देगा। ते सतगुरु जी कहन लगे आप करे, वो आपे ही करदा सारा कुछ। किस आखिए होर करे ना कोई, कहते किहनूं आखिए कोई कुछ कर सकता है, वो परमेश्वर ही समर्थ है। ते जपजी साहिब दे आरंभ विच तुसीं पढ़दे हो करता पुरख, बस वो सारा कुछ करके सब सब किते व्यापक होया है, सब किते रमिया होया है। सो इस तरह सतगुरु जी ने प्यारे सो जी बख्शिश की है। सबना का धन्यवाद, कोटन कोट धन्यवाद सतगुरु जी का। साहिब जी के हजूर बाणी पढ़ते हैं, विचार करते हैं, बेअंत प्रकार दीयां गलतियां भुलां चुकां त्रुटियां हो जांदियां ने। गुरु साहिब संगत बख्शण योग है, बख्श लेना जी। बलाओ फतेह। वाहिगुरू जी का खालसा, वाहिगुरू जी की फतेह।